ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਆਪਾਂ ਬਹੁਤ ਹੀ ਵੱਡੇ ਭਾਗਾਂ ਵਾਲੇ ਹਾਂ ਜੋ ਕਿ ਅਕਾਲ ਪੁਰਖ ਪਿਤਾ ਜੀ ਨੇ ਆਪਾਂ ਨੂੰ ਆਪਣੀ ਉਸਤਤ ਦਾ ਕੁਝ ਸਮਾਂ ਬਖਸ਼ਿਸ਼ ਕੀਤਾ ਹੈ। ਆਓ ਸਾਰੇ ਰਲ ਮਿਲ ਬੈਠ ਕੇ ਇਸ ਸਮੇਂ ਦਾ ਪੂਰਾ ਲਾਹਾ ਖੱਟੀਏ। ਸਭ ਤੋਂ ਪਹਿਲੇ ਆਪਾਂ ਆਪਣੀ ਰਸਨਾ ਨੂੰ ਪਵਿੱਤਰ ਕਰਨ ਦੇ ਲਈ, ਆਪਣੇ ਮਨ ਨੂੰ ਟਿਕਾਉਣ ਦੇ ਲਈ, ਮਨ ਨੂੰ ਵਿਚਾਰਾਂ ਤੋਂ ਰਹਿਤ ਕਰਨ ਦੇ ਲਈ ਸਵਾਸ ਕਰਾ ਸਿਮਰਨ ਕਰੀਏ। ਜਦੋਂ ਵਾਹੇ ਕਹਿਣਾ ਆਪਣੀ ਆਵਾਜ਼ ਨੂੰ ਸੁਣਨਾ, ਜਦੋਂ ਗੁਰੂ ਕਹਿਣਾ ਆਪਣੀ ਆਵਾਜ਼ ਨੂੰ ਸੁਣਨਾ, ਪੂਰਾ ਧਿਆਨ ਆਪਣੀ ਆਵਾਜ਼ 'ਚ ਰੱਖਣਾ। ਸਵਾਸ ਕਰਾ ਸਿਮਰਨ ਕਰੋ ਜੀ ਸ਼ੁਰੂ। ਵਾਹਿਗੁਰੂ 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 ਗੁਰੂ ਵਾਹਿਗੁਰੂ 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 ਵਾਹਿਗੁਰੂ। ਸੋ ਗੁਰਮੁਖ ਪਿਆਰਿਓ, ਗੁਰਬਾਣੀ ਗੁਰੂ ਜੀ ਆਪਾਂ ਨੂੰ ਸਮਝਾਉਣਾ ਕਰਦੇ ਆ। ਕਹਿੰਦੇ ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨਾ ਪਾਰੋ। ਕਹਿੰਦੇ ਇਹ ਸਿਮਰਨ ਕਰਨ ਦੀ ਇਸ ਲਈ ਲੋੜ ਹੈ। ਕਹਿੰਦੇ ਸਿਮਰਨ ਕਰਨ ਦੇ ਨਾਲ ਆਪਣੇ ਪਿੱਤਰਾਂ ਦਾ ਉਧਾਰ ਹੋ ਜਾਂਦਾ। ਪਿੱਤਰ ਕੀ ਹੁੰਦੇ ਆ? ਪਿੱਤਰ ਹੁੰਦੇ ਆ ਜਿਹੜੇ ਆਪਣੇ ਵੱਡੇ ਬਜ਼ੁਰਗ, ਜਿਹੜੇ ਇਸ ਸੰਸਾਰ ਤੋਂ ਸਰੀਰ ਛੱਡ ਕੇ ਜਾ ਚੁੱਕੇ ਆ, ਤੇ ਉਹਨਾਂ ਦਾ ਉਧਾਰ ਕਰਨ ਦੇ ਲਈ, ਕੋਈ ਉਲਟੇ ਟੇਢੀਆਂ ਜੂਨਾਂ ਦੇ ਵਿੱਚ ਨਾ ਜਾਵੇ, ਉਹਦਾ ਉਧਾਰ ਕਰਨ ਦੇ ਲਈ ਦੁਨਿਆਵੀ ਤੌਰ 'ਤੇ ਬਹੁਤ ਲੋਕ
ਉਹਨਾਂ ਦੇ ਲਈ ਪਿੱਤਰਾਂ ਦੇ ਜਦੋਂ ਪਿੱਤਰ ਪੂਜਣ ਦਾ ਟਾਈਮ ਹੁੰਦਾ ਆ ਉਹਨਾਂ ਦੇ ਲਈ ਬਹੁਤ ਸਾਰੇ ਪਕਵਾਨ ਬਣਾਉਂਦੇ ਆ। ਫਿਰ ਪੰਡਤਾਂ ਨੂੰ ਬੁਲਾਉਂਦੇ ਆ। ਅੱਜ ਕੱਲ੍ਹ ਥੋੜ੍ਹਾ ਜਿਹਾ ਆਪਣੇ ਗੁਰੂ ਘਰ ਵਾਲੇ ਪਾਸੇ ਵੀ ਇਹੀ ਕੰਮ ਹੋਣਾ ਸ਼ੁਰੂ ਹੋ ਗਿਆ। ਉਹ 5 ਸਿੰਘਾਂ ਨੂੰ ਬੁਲਾ ਲੈਂਦੇ ਆ, ਉਹਨਾਂ ਨੂੰ ਛਕਾ ਦਿੰਦੇ ਪ੍ਰਸ਼ਾਦਾ। ਅਤੇ ਮਤਲਬ ਕਿ ਦੁਨਿਆਵੀ ਕਰਮ ਕਾਂਡ ਦੇ ਨਾਲ ਜੀਵ ਜੁੜ ਗਏ। ਪਰ ਗੁਰਬਾਣੀ ਗੁਰੂ ਨੇ ਸਮਝਾਇਆ ਵੀ ਜੇ ਤੁਸੀਂ ਉਹਨਾਂ ਦਾ ਉਧਾਰ ਕਰਨਾ ਚਾਹੁੰਦੇ ਆ ਤਾਂ ਉਸ ਤੁਹਾਨੂੰ ਸਿਮਰਨ ਕਰਨਾ ਪਏਗਾ। ਜਦੋਂ ਉਹਨਾਂ ਦੀ ਯਾਦ ਆਵੇ ਨਾਲ ਹੀ ਸਿਮਰਨ ਕਰੋ। ਜਦੋਂ ਕਿਤੇ ਉਹਨਾਂ ਦੀ ਯਾਦ ਆਵੇ ਨਾਲ ਹੀ ਸਿਮਰਨ ਕਰੋ। ਫਿਰ ਕਹਿੰਦੇ ਉਹਨਾਂ ਦਾ ਉਧਾਰ ਹੋਣਾ। ਦੁਨਿਆਵੀ ਤੌਰ 'ਤੇ ਜਿਹੜੀਆਂ ਇਹਨਾਂ ਚੀਜ਼ਾਂ ਨਾਲ ਉਹਨਾਂ ਦਾ ਕੋਈ ਉਧਾਰ ਨਹੀਂ, ਉਹਨਾਂ ਨਾਲ ਕੋਈ ਲੈਣ ਦੇਣ ਨਹੀਂ। ਇਸ ਲਈ ਆਪਾਂ ਨੂੰ ਗੁਰਬਾਣੀ ਗੁਰੂ ਨੇ ਸਿਮਰਨ ਕਰਨ ਨੂੰ ਕਿਹਾ। ਬਹੁਤ ਇਸ ਸਿਮਰਨ ਦਾ ਬਹੁਤ ਜ਼ਿਆਦਾ ਲਾਹਾ ਆ। ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫੱਕੜੇ ਸਭ ਮੁਕਦੀ ਚੱਲੀ ਰਹਿਣ। ਇਸ ਜੀਵਨ ਨੂੰ ਇੱਕ ਰਾਤ ਰੂਪੀ ਟਾਈਮ ਸਮਝਾ ਕੇ ਸਾਨੂੰ ਸਮਝਾਇਆ ਵੀ ਜਿਹੜੀ ਤੁਹਾਡੀ ਜੀਵਨ ਰੂਪੀ ਰਾਤ ਆ ਉਹ ਖਤਮ ਹੁੰਦੀ ਜਾ ਰਹੀ ਆ। ਅਤੇ ਤੂੰ ਤਾਂ ਲਾਹਾ ਲੈਣ ਆਇਆ ਸੀ, ਪਰ ਤੂੰ ਕਿਹੜੇ ਕੰਮਾਂ 'ਚ ਉਲਝ ਗਿਆ। ਤੂੰ ਤਾਂ ਇੱਥੇ ਇੱਟਾਂ ਪੱਥਰ ਇਕੱਠੇ ਕਰਨ 'ਚ ਕਾਗਜ਼ ਇਕੱਠੇ ਕਰਨ 'ਚ ਜੁੜ ਗਿਆ। ਕਹਿੰਦੇ ਤੂੰ ਜਿਹੜਾ ਕੰਮ ਲਈ ਤਾਂ ਤੈਨੂੰ ਭੇਜਿਆ ਨਹੀਂ ਸੀ। ਇੱਟਾਂ ਪੱਥਰ ਕਿਹੜੇ? ਜਿਹੜਾ ਦੁਨਿਆਵੀ ਘਰ ਆਪਾਂ ਬਣਾਉਂਦੇ ਕਾਹਦਾ ਬਣਦਾ? ਇੱਟਾਂ ਪੱਥਰ ਰੋੜਿਆਂ ਦਾ ਬਣਦਾ, ਮਿੱਟੀ ਦਾ ਬਣਦਾ। ਇੱਥੇ ਲੱਕੜ ਦੇ ਬਣ ਜਾਂਦੇ ਆ ਬਾਹਰਲੇ ਦੇਸ਼ਾਂ 'ਚ। ਕਹਿੰਦੇ ਤੂੰ ਇਹਨਾਂ ਚੀਜ਼ਾਂ ਨੂੰ ਇਕੱਠੇ ਕਰਨ ਆਇਆ ਸੀ। ਕਹਿੰਦੇ ਇਹ ਥੋੜ੍ਹੀ ਇਕੱਠੇ ਕਰਨ ਆਇਆ ਸੀ। ਕਾਗਜ਼ ਕਹਿੰਦਾ ਕਹਿੰਦੇ ਜਿਹੜੇ ਆਪਣੇ ਪੈਸੇ ਆ, ਕਹਿੰਦੇ ਇਹਨਾਂ ਨੂੰ ਇਕੱਠੇ ਕਰਨ ਥੋੜ੍ਹੀ ਆਇਆ ਸੀ। ਇਹ ਤਾਂ ਗੁਜਰਾਨ ਆ। ਉਨੇ ਕੁ ਤੁਹਾਨੂੰ ਲੋੜ ਆ ਜਿੰਨੇ ਕੁ ਤੁਸੀਂ ਯੂਜ਼ ਕਰਨੇ ਆ, ਅਤੇ ਉਹਨਾਂ ਤੁਹਾਨੂੰ ਪਰਮਾਤਮਾ ਤੁਸੀਂ 10 ਨੌਂ ਦੀ ਕਿਰਤ ਕਰਦੇ ਵਾਹਿਗੁਰੂ ਨੇ ਤੁਹਾਨੂੰ ਦੇ ਦੇਣੇ ਆ, ਅਤੇ ਉਹਨਾਂ ਨਾਲ ਤੁਹਾਡਾ ਗੁਜ਼ਾਰਾ ਸੋਹਣਾ ਚੱਲਦਾ। ਅਤੇ ਕਹਿੰਦੇ ਤੂੰ ਕਿਹੜੇ ਫਾਲਤੂ ਦੇ ਕੰਮਾਂ 'ਚ ਲੱਗ ਗਿਆ। ਤੇਰੀ ਜੀਵਨ ਰੂਪੀ ਜਿਹੜੀ ਰਾਤ ਆ ਉਹ ਲੰਘਦੀ ਜਾ ਰਹੀ ਆ। ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫੱਕੜੇ ਸਭ ਮੁਕਦੀ ਚੱਲੀ ਰਹਿਣ। ਇਸ ਲਈ ਸਾਨੂੰ ਸਮਝਾ ਰਿਹਾ ਵੀ ਤੁਸੀਂ ਲਾਹਾ ਕਿਹੜਾ ਲੈਣਾ। ਕਹਿੰਦੇ ਲਾਹਾ ਲੈਣਾ ਪਰਮਾਤਮਾ ਦੇ ਨਾਮ ਦਾ। ਜਿਹੜਾ ਸਿਮਰਨ ਕਰਨਾ, ਸਿਮਰਨ ਕਰਕੇ ਆਪਾਂ ਨੂੰ ਅੰਦਰੋਂ ਨਾਮ ਸੁਣੂਗਾ। ਪਹਿਲੇ ਇਹ ਆਖਰੀ ਨਾਮ ਜਿਹੜਾ ਜਪ ਕੇ ਇਹਦਾ ਲਾਹਾ ਮਿਲਣਾ, ਫਿਰ ਸਿਮਰਨ ਕਰਕੇ। ਜਦੋਂ ਇੱਦਾਂ ਆਪਾਂ ਸਿਮਰਨ ਕਰਦੇ ਜਾਵਾਂਗੇ ਨਾਮ ਅੰਦਰੋਂ ਪ੍ਰਗਟ ਹੁੰਦਾ ਜਾਊਗਾ। ਅਤੇ ਜਦੋਂ ਇੱਕ ਸਹਿਜ ਧੁਨ ਪ੍ਰਗਟ ਹੁੰਦੀ ਆ, ਸਭ ਤੋਂ ਪਹਿਲੇ ਜਿਹੜੀ ਕੰਟੀਨਿਊਸਲੀ 24 ਘੰਟੇ ਲਗਾਤਾਰ ਚੱਲਦੀ ਇੱਕੋ ਸੁਰ, ਇੱਕੋ ਤਰ੍ਹਾਂ ਦੀ ਆਵਾਜ਼, ਉਹਨੂੰ ਕਹਿੰਦੇ ਸਹਿਜ ਧੁਨ। ਜਦੋਂ ਸਹਿਜ ਧੁਨ ਪ੍ਰਗਟ ਹੁੰਦੀ ਆ ਕਹਿੰਦੇ ਫਿਰ ਉਦੋਂ ਤੁਹਾਨੂੰ ਭਗਤ ਦੀ ਉਪਾਧੀ ਦੇ ਦਿੱਤੀ ਜਾਂਦੀ ਆ। ਉਦੋਂ ਕਹਿੰਦੇ ਵੀ ਮੇਰਾ ਮਨ ਬੱਚਾ ਭਗਤ ਬਣ ਗਿਆ ਹੁਣ। ਕਹਿੰਦੇ ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੈ। ਕਹਿੰਦੇ ਜਦੋਂ ਸਹਿਜ ਧੁਨ ਉਪਜਦੀ ਆ, ਅੰਦਰੋਂ ਪ੍ਰਗਟ ਹੁੰਦੀ ਆ, ਕਹਿੰਦੇ ਫਿਰ ਉਹ ਬੱਚਾ ਗੁਰਮੁਖ ਜਿਹੜਾ ਆ ਉਹ ਭਗਤ ਬਣ ਜਾਂਦਾ ਉਦੋਂ। ਫਿਰ ਉਸ ਤੋਂ ਅਗਲੀ ਅਵਸਥਾ ਅਤੇ ਕਹਿੰਦੇ ਸੰਤ ਕਦੋਂ ਬਣਦਾ? ਕਹਿੰਦੇ ਜਿਨ੍ਹਾਂ ਹਰ ਨਾਮਾਂ ਨਾਲ, ਕਹਿੰਦੇ ਜਿਹਨਾਂ ਨੂੰ ਹਰ ਵੇਲੇ ਨਾਮ ਜਿਹੜਾ ਆ ਪਰਮਾਤਮਾ ਦਾ ਜਪਣਾ ਨਹੀਂ ਭੁੱਲਦਾ। ਕਹਿੰਦੇ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਦ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਕਹਿੰਦੇ ਜਿਹਨਾਂ ਨੂੰ ਪਰਮਾਤਮਾ ਦਾ ਨਾਮ ਜਿਹੜਾ ਹੈ ਸਵਾਸ ਗਿਰਾਸ ਨਹੀਂ ਭੁੱਲਦਾ, ਹਰ ਸਵਾਦ ਨਾਲ ਗਰਾਉਣਾ ਨਹੀਂ ਭੁੱਲਦਾ, ਕਹਿੰਦੇ ਉਹ ਜੀਵ ਪੂਰਨ ਸੰਤ ਨੇ। ਪਰ ਜਿਹੜੇ ਹਰ ਸਾਹ ਦੇ ਨਾਲ ਜਪਦੇ ਹਨ। ਇਸ ਲਈ ਅਲੱਗ-ਅਲੱਗ ਅਵਸਥਾਵਾਂ ਦੇ ਅਕੋਰਡਿੰਗ ਨਾਮ ਦਿੱਤੇ ਗਏ ਵੀ ਇਹ ਬੱਚਾ ਹੁਣ ਇਸ ਵੇਲੇ ਕਿਸ ਅਵਸਥਾ ਵਿੱਚ, ਇਹ ਬੱਚਾ ਇਸ ਵੇਲੇ ਕਿਸ ਅਵਸਥਾ ਦੇ ਵਿੱਚ ਆ। ਜਿੱਦਾਂ ਆਪਾਂ ਕਹਿ ਦਿੰਦੇ ਇੱਕ ਸਟੂਡੈਂਟ ਹੋਇਆ, ਇੱਕ ਟੀਚਰ ਹੈ, ਇੱਕ ਪ੍ਰਿੰਸੀਪਲ ਹੈ, ਬੰਦਾ ਇੱਕੋ ਹੀ ਆ। ਉਹੀ ਪਹਿਲੇ ਸਟੂਡੈਂਟ ਸੀ, ਉਹੀ ਵੱਡਾ ਹੋ ਕੇ ਟੀਚਰ ਬਣ ਗਿਆ, ਉਹੀ ਵੱਡਾ ਹੋ ਕੇ ਪ੍ਰਿੰਸੀਪਲ ਬਣ ਗਿਆ, ਬੰਦਾ ਇੱਕੋ ਹੀ ਆ। ਇਸੇ ਤਰੀਕੇ ਨਾਲ ਮਨ ਇੱਕੋ ਹੀ ਆ, ਉਹਦੀਆਂ ਅਵਸਥਾਵਾਂ ਅਲੱਗ-ਅਲੱਗ ਆ। ਜਿਹੋ ਜਿਹੀ ਅਵਸਥਾ ਦੇ ਵਿੱਚ ਹੁਣ ਜੇ ਕੱਲ੍ਹ ਨੂੰ ਚੋਰੀਆਂ ਕਰੂਗਾ ਤਾਂ ਚੋਰ ਕਹਾਊਗਾ ਵੀ ਮਨ ਚੋਰ ਆ। ਜੇ ਕੱਲ੍ਹ ਨੂੰ ਠੱਗੀਆਂ ਕਰੂਗਾ ਇਹ ਮਨ ਠੱਗ ਕਹੋ, ਬੰਦਾ ਠੱਗ ਹੈ। ਇਹ ਮਨ ਦੀ ਅਵਸਥਾਵਾਂ ਨੇ। ਇਹ ਸਿਮਰਨ ਕਰਕੇ ਹੀ
ਸਾਡੀ ਜਿਹੜੀ ਕੌਮ ਜਿਹੜੀ ਆ, ਪਰਮਾਤਮਾ ਨੇ ਜਿਹੜੀ ਸਾਨੂੰ ਕਿਰਪਾ ਕੀਤੀ, ਸਾਡੇ ਕੌਮ ਇੱਕ ਨਵੀਂ ਖਾਲਸਾ ਪੰਥ ਬਣਾਇਆ ਵੀ ਇੱਕ ਖਾਲਸ ਜੀਵਾਂ ਦਾ, ਖਾਲਸ ਬੱਚੇ ਮੇਰੇ ਜਿਹੜੇ ਆ, ਜਿਹੜੇ ਕਿ ਇਹਨਾਂ ਪੰਜਾਂ ਤੋਂ ਬਚਾ ਰੱਖਣਗੇ ਅਤੇ ਜ਼ੁਲਮ ਦਾ ਟਾਕਰਾ ਕਰਨਗੇ, ਕਿਉਂਕਿ ਜਿਹੜੇ ਪੰਜ ਨੇ ਇਹ ਵੀ ਸਾਡੇ 'ਤੇ ਬਹੁਤ ਜ਼ੁਲਮ ਕਰਦੇ ਆ ਅਤੇ ਕਹਿੰਦੇ ਦਿਨ ਰਾਤ ਸਾਡੇ 'ਤੇ ਜ਼ੁਲਮ ਕਰਦੇ ਆ। ਇਹਨਾਂ 'ਤੇ ਜ਼ੁਲਮ ਤੋਂ ਬਚਣ ਦਾ ਇੱਕੋ ਇੱਕ ਤਰੀਕਾ, ਕੋਈ ਵਿਚਾਰ ਦਿੱਤਾ ਇੱਧਰੋਂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ, ਇੱਦਾਂ ਕੱਟਦਾ। ਕਹਿੰਦੇ ਆਪਣਾ ਯੋਧੇ ਬਣਨਾ, ਯੋਧੇ, ਕਮਜ਼ੋਰ ਨਹੀਂ ਬਣਨਾ। ਇਹਨਾਂ ਨੇ ਸਾਨੂੰ ਕਮਜ਼ੋਰ ਬਣਾ ਕੇ ਰੱਖਿਆ ਹੋਇਆ। ਇਹ ਕਮਜ਼ੋਰ ਸਾਨੂੰ ਬਣਾ ਕੇ ਹੀ ਸਾਡੇ ਮਨ ਦੇ ਜਿਹੜੇ ਸਵਾਸ ਆ ਅਸਲੀ, ਉਹਨਾਂ ਨੂੰ ਲੁੱਟਦੇ ਆ। ਜਿਹੜੇ ਮਨ ਦੇ ਵਿੱਚ ਅੰਮ੍ਰਿਤ ਆਉਣਾ ਸੀ ਉਹਨੂੰ ਲੁੱਟਦੇ ਆ। ਅਤੇ ਕਹਿੰਦੇ ਜੇ ਸਾਡਾ ਸਾਰਾ ਕੁਛ ਇੱਦਾਂ ਲੁੱਟਦੇ ਰਹੇ, ਫਿਰ ਸਾਡਾ ਜਿਹੜਾ ਜੀਵਨ ਰੂਪੀ ਰਾਤ ਆ ਉਹਨਾਂ ਨੇ ਸਾਡੇ ਤੋਂ ਖੋਹ ਲੈਣੀ ਆ, ਉਹ ਸਾਰੀ ਵਿਅਰਥ ਚਲੀ ਜਾਣੀ ਆ। ਇਹਨੂੰ ਬਚਾਈਏ ਆਪਾਂ ਕਿਵੇਂ? ਕਹਿੰਦੇ ਜਿਵੇਂ ਸ਼ਹੀਦਾਂ ਸਿੰਘਾਂ ਦੀ ਗੱਲ ਕਰ ਲਈ ਆਪਾਂ, ਕਹਿੰਦੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਕਹਿੰਦੇ ਜਿਨ੍ਹਾਂ ਨੇ ਧਰਮ ਦੇ ਕਰਕੇ ਆਪਣੇ ਧਰਮ ਨੂੰ ਜਿਉਂਦਾ ਰੱਖਣ ਦੇ ਲਈ ਇਹਨ ਨਹੀਂ ਮੰਨੀ, ਸੱਚ ਦੇ ਪਹਿਰਾ ਦਿੱਤਾ, ਆਪਣੇ ਸੀਸ ਕੁਰਬਾਨ ਕਰ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਬੰਦ ਤੱਕ ਕਟਵਾਏ ਆਪਣੇ ਸਰੀਰ 'ਤੇ। ਕਹਿੰਦੇ ਖੋਪਰੀਆਂ ਲੋਹਾਈਆਂ, ਚਰਖੜੀਆਂ 'ਤੇ ਚੜ੍ਹ ਗਏ, ਆਰਿਆਂ ਨਾਲ ਚੀਰੇ ਗਏ। ਇਹ ਕਿਤੇ ਬਹੁਤ ਹੀ ਜ਼ਿਆਦਾ ਪੁਰਾਣੇ ਯੁੱਗਾਂ ਦੀ ਗੱਲ ਨਹੀਂ, ਇਹ ਸਿਰਫ 350 ਸਾਲ ਪੁਰਾਣੀ ਗੱਲ ਹੀ ਹੈ। ਇਹ ਸਭ ਤੋਂ ਲੇਟੈਸਟ ਧਰਮ ਆ ਆਪਣਾ। ਜਿਉਂਦੇ ਜਾਗਦੇ ਸਾਡੇ ਵਰਗੇ ਸੀ ਉਹ ਵੀ, ਉਹ ਕੁਛ ਖਾਸ ਸਪੈਸ਼ਲ ਨਹੀਂ ਸੀ ਖਾਂਦੇ, ਸਾਡੇ ਵਰਗੇ ਹੀ ਖਾਂਦੇ ਸੀ ਉਹ ਵੀ। ਅਤੇ ਕਹਿੰਦੇ ਵੀ ਉਹਨਾਂ ਨੇ ਇੰਨੇ ਬੰਦ ਕਟਵਾਏ, ਇੰਨੇ ਧਰਮ ਦੇ ਲਈ ਉਹਨਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ। ਕਹਿੰਦੇ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚੀਰੇ ਗਏ। ਇੰਨਾ ਕਹਿਰ ਦਾ ਤਸ਼ੱਦਦ, ਕਹਿੰਦੇ ਆਰਿਆਂ ਨਾਲ ਚੀਰੇ ਗਏ। ਕਹਿੰਦੇ ਫਿਰ ਵੀ ਉਹਨਾਂ ਨੇ ਇੰਨ ਨਹੀਂ ਮੰਨੀ। ਕਹਿੰਦੇ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਹਨਾਂ ਦੀ ਜਿਹੜੀ ਕਮਾਈ ਸੀ ਉਹ ਸੀ ਵਾਹਿਗੁਰੂ। ਆਪਾਂ ਵਾਹਿਗੁਰੂ ਜਪਦੇ ਹਾਂ, ਉਹ ਇਹੋ ਜਿਹੀ ਕਮਾਈ ਸਾਨੂੰ ਕਰਨ ਦਾ ਮੌਕਾ ਮਿਲਦਾ। ਇਹ ਉਹੋ ਜਿਹੀ ਕਮਾਈ ਹੈ ਜਿੱਦਾਂ ਦੀ ਉਹ ਕਰਦੇ ਸੀ, ਇਹ ਉਹ ਵਾਲੀ ਕਮਾਈ ਆ। ਆਪਾਂ ਉਸ ਰਸਤੇ 'ਤੇ ਚੱਲ ਰਹੇ ਹਾਂ ਜਿੱਥੇ ਉਹਨਾਂ ਨੇ ਚੱਲ ਕੇ ਆਪਣੇ ਸਰੀਰ ਦਾ ਬਲੀਦਾਨ ਦਿੱਤਾ, ਪਰ ਸੱਚ ਨੂੰ ਸੱਚ ਕਿਹਾ ਵੀ ਹਾਂ ਇਹੀ ਸੱਚ ਹੈ। ਸੱਚ ਨੂੰ ਝੂਠ ਨਹੀਂ ਕਹਿ ਦਿੱਤਾ, ਮਗਰ ਨਹੀਂ ਲੱਗੇ ਕਿਸੇ ਦੇ। ਇਸ ਲਈ ਅਸੀਂ ਇਹ ਸੰਸਾਰ 'ਤੇ ਜਿਹੜਾ ਆਉਣ ਦਾ ਮੇਨ ਕਾਰਜ ਵੀ ਸਾਡਾ ਇਹੀ ਆ। ਕਹਿੰਦੇ ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਕਹਿੰਦੇ ਅਸੀਂ ਪਰਮਾਤਮਾ ਦੀ ਜਿਹੜੀ ਬਾਣੀ ਆ ਉਹ ਸੁਣਨ ਲਈ ਆਏ ਸੀ। ਪਰਮਾਤਮਾ ਦੀ ਬਾਣੀ ਕਿਹੜੀ ਹੈ? ਪਹਿਲੇ ਦਾ ਹੈਗਾ ਆਪਾਂ ਗੁਰਮੰਤਰ ਜਪਣਾ, ਫਿਰ ਅੰਦਰ ਜਿਹੜੀ ਅਨਹਦ ਬਾਣੀ, ਸੱਚੀ ਬਾਣੀ ਪ੍ਰਗਟ ਹੁੰਦੀ ਹੈ, ਫਿਰ ਉਹਨੂੰ ਸੁਣਨਾ। ਕਹਿੰਦੇ ਨਾਮ ਵਿਸਾਰ ਲੱਗੇ ਅਨ ਲਾਲਚ, ਨਾਮ ਨੂੰ ਭੁੱਲ ਗਏ, ਅਨ ਲਾਲਚਾਂ 'ਚ ਲੱਗ ਗਏ। ਕਹਿੰਦੇ ਬਿਰਥਾ ਜਨਮ ਪ੍ਰਾਣੀ, ਕਹਿੰਦੇ ਜਿਹੜਾ ਆਪਣਾ ਜਨਮ ਸੀ ਬਿਰਥ ਕੱਢ ਲਿਆ। ਕਹਿੰਦੇ ਸਮਝ ਚੇਤ ਮਨ ਮੇਰੇ, ਕਹਿੰਦੇ ਸਮਝ ਲਾ ਮੇਰੇ ਚੇਤ ਮਨਾ ਸਮਝ ਲਾ, ਕਥੀ ਸੰਤ ਨਾ ਕਥ ਕਹਾਣੀ। ਕਹਿੰਦੇ ਸੰਤ ਜਨ ਜਿਹੜੇ ਨੇ ਉਹਨਾਂ ਨੂੰ ਪਰਮਾਤਮਾ ਨੇ ਕੁੰਜੀ ਦਿੱਤੀ ਆ, ਉਹ ਕਥ ਕਹਾਣੀ ਕਰਦੇ ਆ। ਉਹ ਗੁਰਬਾਣੀ ਦੇ ਵਿੱਚੋਂ ਜਿਹੜੇ ਸਾਡੇ ਮਨ ਦੀ ਕਥਾ ਆ ਵਾਹਿਗੁਰੂ ਨੂੰ ਮਿਲਣ ਦੀ, ਉਹ ਸਮਝਾਉਂਦੇ ਸਾਨੂੰ ਜੀਵਨ ਨੂੰ, ਜਾ ਕੇ ਸਮਝ ਲਾ। ਕਹਿੰਦੇ ਕਥੀ ਸੰਤਨ ਕਥ ਕਹਾਣੀ, ਲਾਭ ਲਿਓ ਹਰ ਹਿਰਦੈ ਅਰਾਧੋ। ਕਹਿੰਦੇ ਜਾ ਕੇ ਆਉਣਾ ਸੰਗਤ ਦੇ ਵਿੱਚ ਲਾਭ ਲਓ ਇਸ ਕਥਾ ਦਾ। ਕਹਿੰਦੇ ਫਿਰ ਹਰੀ ਨੂੰ ਹਿਰਦੇ ਵਿੱਚ ਅਰਾਧੋ। ਕਹਿੰਦੇ ਛੁੱਟ ਕੇ ਆਉਣ ਜਾਣੀ, ਤਾਂ ਕਿ ਤੁਹਾਡਾ ਜਿਹੜਾ ਆਉਣ ਜਾਣ ਦਾ ਚੱਕਰ ਹੈ ਖਤਮ ਹੋਵੇ। ਜੇ ਆਉਣ ਜਾਣ ਦਾ ਚੱਕਰ ਆਪਣਾ ਖਤਮ ਨਾ ਕਰ ਸਕੇ, ਆਪਾਂ ਜਿਉਂਦੇ ਜੀ ਮਰਨ ਤੋਂ ਬਾਅਦ ਜਿੰਨੀਆਂ ਮਰਜ਼ੀਆਂ ਦਾ ਸੰਗ ਰਾਲੀਏ ਖਤਮ ਨਹੀਂ ਹੋ ਸਕਦਾ, ਉਹ ਤਾਂ ਫਿਰ ਜਿਉਣਾ ਜਾਣਾ ਹੀ ਪੈਣਾ। ਇਸ ਲਈ ਆਪਾਂ ਨੂੰ ਸਿਮਰਨ ਕਰਨਾ ਚਾਹੀਦਾ। ਜਿੰਨਾ ਸਿਮਰਨ ਕਰਾਂਗੇ ਵਿਚਾਰ ਰੁਕਣਗੇ, ਧਿਆਨ 'ਚ ਜਾਵਾਂਗੇ, ਨਾਮ ਪ੍ਰਗਟ ਹੋਊਗਾ, ਫਿਰ ਅੱਗੇ ਤੋਂ ਅੱਗੇ ਕਿਰਪਾ ਸ਼ੁਰੂ ਹੋਣੀ ਆ। ਸਭ ਤੋਂ ਪਹਿਲੇ ਜ਼ਰੂਰੀ ਹੈ ਸਿਮਰਨ। ਆਓ ਇੱਕ ਵਾਰੀ ਦੁਬਾਰਾ ਫਿਰ ਆਪਾਂ ਕਰ ਹੀ ਲਈਏ। ਸਵਾਸ ਗ੍ਰਹਿ ਸਿਮਰਨ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ।
गुरु वाहिगुरु 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 वाहिगुरु
सो गुरमुख प्यारो, ਜਿਹੜੇ ਗੁਰਮੁਖ ਨਵੇਂ ਨੇ, ਜਦੋਂ ਆਪਾਂ ਪਹਿਲੇ ਇਸ ਤਰੀਕੇ ਨਾਲ ਸਿਮਰਨ ਕਰ ਲੈਣਾ ਥੋੜ੍ਹੀ ਦੇਰ, ਤਾਂ ਕਿ ਆਪਣੇ ਵਿਚਾਰ ਘਟਣ। ਉਸ ਤੋਂ ਬਾਅਦ ਆਪਾਂ ਹੌਲੀ ਹੌਲੀ ਜਿੱਦਾਂ ਇੱਦਾਂ ਵਿਚਾਰ ਘਟਦੇ ਉਦੋਂ ਤਾਂ ਆਪਾਂ ਆਵਾਜ਼ ਨੂੰ ਆਪਣੀ ਨੂੰ ਧੀਮੇ ਕਰਦੇ ਜਾਣਾ ਅਤੇ ਸਪੀਡ ਵੀ ਸਲੋਅ ਕਰਦੇ ਜਾਣਾ। ਆਵਾਜ਼ ਘਟਾ ਕੇ ਹੌਲੀ 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 ਆਪਾਂ ਮੁੱਖ ਨੂੰ ਬੰਦ ਕਰ ਲੈਣਾ, ਬੋਲਣਾ ਬੰਦ ਕਰ ਦੇਣਾ। ਬੋਲਣਾ ਬੰਦ ਕਰਕੇ ਫਿਰ ਆਪਾਂ ਅੰਤਰਗਤ ਹੋ ਕੇ ਬੈਠਣਾ ਹੁੰਦਾ ਆ। ਅੰਤਰਗਤ ਕਿੱਦਾਂ ਕਿ ਜਿਹੜੀ ਆਪਣੀ ਸੁਰਤੀ ਹੈ, ਸੁਰਤੀ ਦੁਆਰਾ ਆਪਣੀ ਜਿਹੜੀ ਸੁਰਤੀ ਹੈ ਕੰਠ ਤੋਂ ਲੈ ਕੇ ਨਾਭੀ ਤੱਕ ਜਾਏ ਵਾਹੇ, ਨਾਭੀ ਤੋਂ ਲੈ ਕੇ ਕੰਠ ਤੱਕ ਵਾਪਸ ਆਏ ਗੁਰੂ। ਅੰਤਰਗਤ ਮਹਿਸੂਸ ਕਰਨਾ, ਕਿਉਂਕਿ ਆਪਣਾ ਬੋਲਣਾ ਤਾਂ ਬੰਦ ਕੀਤਾ ਹੋਇਆ, ਆਪਾਂ ਸਾਹ ਲੈ ਨਹੀਂ ਰਹੇ। ਉਹਦੇ ਨਾਲ ਕੀ ਆ ਕਿ ਸਿਰਫ ਸੁਰਤੀ ਦੁਆਰਾ ਮਹਿਸੂਸ ਕਰਨਾ, ਵਾਹਿਗੁਰੂ ਵਾਹਿਗੁਰੂ। ਜਿਹੜਾ ਅੰਦਰ ਨਾਮ ਅਜੇ ਪ੍ਰਗਟ ਨਹੀਂ ਹੋਇਆ, ਇਹ ਉਹਨਾਂ ਲਈ ਆ ਕਿ ਅੰਤਰਗਤ ਹੋ ਕੇ ਕਿੱਦਾਂ ਬੈਠਣਾ ਆ, ਅੰਤਰਗਤ ਧਿਆਨ ਵਿੱਚ ਕਿੱਦਾਂ ਬੈਠਣਾ ਆ। ਇਹ ਥੋੜ੍ਹੀ ਦੇਰ ਕਰਾਂਗੇ, ਆਪਾਂ ਨੂੰ ਨੀਂਦ ਜਿਹੀ ਆਏਗੀ, ਖੁਮਾਰੀ ਜਿਹੀ ਚੜ੍ਹੇਗੀ। ਉਸ ਖੁਮਾਰੀ ਨੂੰ ਲੈਣਾ, ਮਤਲਬ ਕਿ ਉਸ ਨੀਂਦ ਨੂੰ ਲੈਣਾ। ਜੇ ਉਸ ਨੀਂਦ ਨੂੰ ਲੈਂਦੇ ਹਾਂ ਤਾਂ ਦੈਨ ਆਪਣਾ ਫਿਰ ਅਗਲਾ ਜਿਹੜਾ ਭਗਤੀ ਦਾ ਮਾਰਗ ਆ ਉਹ ਚੱਲਣਾ ਸ਼ੁਰੂ ਹੋ ਜਾਂਦਾ ਆ। ਉਸੇ ਤਰ੍ਹਾਂ ਆਪਾਂ ਕਰਦੇ ਕਰਦੇ ਪ੍ਰੈਕਟਿਸ ਤਾਂ ਫਿਰ ਆਪਣੀ ਕਿਰਪਾ ਹੁੰਦੀ ਜਾਣੀ। ਜਦੋਂ ਆਪਾਂ ਮੰਨ ਲਓ ਇਹ ਅੰਤਰਗਤ ਬੈਠੇ ਪਰ ਵਿਚਾਰ ਆ ਰਹੇ ਆ, ਤਾਂ ਫਿਰ ਕੀ ਕਰਨਾ, ਫਿਰ ਭੋਲੀ ਜਿਹੀ ਆਵਾਜ਼ ਵਿੱਚ ਸ਼ੁਰੂ ਕਰ ਦੇਣਾ। ਜਿੱਥੇ ਕਿ ਜਾ ਕੇ ਵਿਚਾਰ ਰੁਕਦੇ ਹੋਣ ਉੱਥੇ ਤੱਕ ਉਨੀ ਕੁ ਆਵਾਜ਼ ਵਿੱਚ ਸਿਮਰਨ ਕਰੀ ਜਾਣਾ। ਅਤੇ ਜਦੋਂ ਵਿਚਾਰ ਰੁਕ ਜਾਣ ਫਿਰ ਉੱਥੇ ਥੋੜ੍ਹੀ ਦੇਰ ਸਟੇਬਲ ਰਹਿਣਾ, ਫਿਰ ਦੁਬਾਰਾ ਵਾਪਸ ਆ ਜਾਣਾ, ਪਰ ਕੇ ਆਵਾਜ਼ ਘਟਾਉਣੀ, ਮੂੰਹ ਬੰਦ ਕਰਨਾ, ਫਿਰ ਅੰਤਰਗਤ ਸ਼ੁਰੂ ਕਰ ਦੇਣਾ, ਫਿਰ ਅੰਤਰਗਤ ਸ਼ੁਰੂ ਕਰ ਲੈਣਾ। ਹੁਣ ਕਈ ਗੁਰਮੁਖ ਪੁੱਛਦੇ ਧਿਆਨ ਕਿੱਥੇ ਰੱਖਣਾ। ਸਭ ਤੋਂ ਪਹਿਲੀ ਗੱਲ ਆ, ਧਿਆਨ ਜਦੋਂ ਆਪਾਂ ਬੋਲਦੇ ਹਾਂ ਤਾਂ ਆਪਣੀ ਆਵਾਜ਼ ਵਿੱਚ ਰੱਖਣਾ, ਹੋਰ ਕਿਤੇ ਨਹੀਂ ਰੱਖਣਾ। ਪਹਿਲੇ ਆਪਾਂ ਆਪਣੀ ਆਵਾਜ਼ ਵਿੱਚ ਧਿਆਨ ਰੱਖਣਾ, ਫਿਰ ਆਪਾਂ ਜਦੋਂ ਅੰਤਰਗਤ ਹੋਣਾ ਫਿਰ ਕੰਠ ਤੋਂ ਲੈ ਕੇ ਨਾਭੀ ਤੱਕ ਧਿਆਨ ਰੱਖਣਾ। ਫਿਰ ਆਪਾਂ ਧਿਆਨ ਰੱਖਣਾ ਹੁੰਦਾ ਆ, ਜਦੋਂ ਇਹ ਅਗਲਾ ਸਟੈਪ ਆ, ਫਿਰ ਆਪਾਂ ਸਿਮਰਨ ਵੀ ਕਰਨਾ ਹੁੰਦਾ। ਅਤੇ ਇੱਥੇ ਜਿਹੜਾ ਸਾਹਮਣੇ ਕਾਲਾ, ਅੱਖਾਂ ਦੇ ਸਾਹਮਣੇ ਕਾਲਾ ਹਨੇਰਾ ਦਿਖਦਾ, ਉਹਨੂੰ ਵੀ ਦੇਖਣਾ ਹੁੰਦਾ। ਜਿੱਦਾਂ ਆਪਾਂ ਬੋਲਦੇ ਹਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਬੋਲੀ ਵੀ ਜਾਂਦੇ ਹਾਂ, ਦੇਖੀ ਵੀ ਜਾਂਦੇ ਹਾਂ, ਬੋਲੀ ਵੀ ਜਾਂਦੇ ਹਾਂ, ਦੇਖੀ ਵੀ ਜਾਂਦੇ ਹਾਂ, ਦੋਨੋਂ ਕੰਮ ਇਕੱਠੇ ਹੋਣੇ ਫਿਰ। ਅਤੇ ਜਿਹਨੂੰ ਜਿੱਥੇ ਇੱਦਾਂ ਕੰਫਰਟੇਬਲ ਲੱਗਦਾ ਆ ਵੀ ਹਾਂਜੀ ਇੱਥੇ ਧਿਆਨ ਲੱਗ ਰਿਹਾ ਸਹੀ, ਉਸ ਤਰੀਕੇ ਨਾਲ ਤੁਸੀਂ ਲਗਾ ਕੇ ਉਹਨੂੰ ਪਰਪੱਕ ਕਰ ਸਕਦੇ ਹੋ। ਜ਼ਿਆਦਾਤਰ ਆਪਣੀਆਂ ਜ਼ਿਆਦਾ ਅਲੱਗ-ਅਲੱਗ ਵਿਧੀਆਂ ਚੇਂਜ ਨਹੀਂ ਕਰਨੀਆਂ। ਚੇਂਜ ਕਰਨ ਦੇ ਨਾਲ ਕੀ ਹੈ ਕਿ ਬੰਦਾ ਕਨਫਿਊਜ਼ ਜਿਹਾ ਰਹਿੰਦਾ ਲਗਾਤਾਰ, ਅਤੇ ਪ੍ਰੈਕਟਿਸ ਕਿਸੇ ਦੀ ਵੀ ਪ੍ਰੋਪਰ ਨਹੀਂ ਹੋ ਪਾਉਂਦੀ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਅੱਖਾਂ ਬੰਦ ਕਰਕੇ ਸਾਹਮਣੇ ਹਨੇਰਾ ਦੇਖਦੇ ਹੋਏ ਗੁਰਮੰਤਰ ਵਧੀਆ ਜਪ ਸਕਦੇ ਹੋ, ਤਾਂ ਇਹੀ ਕਰੀ ਚਲੋ। ਜਦੋਂ ਤੁਹਾਡੇ ਵਿਚਾਰ ਘਟ ਜਾਣ, ਮੂੰਹ ਬੰਦ ਕਰ ਲੈਣਾ, ਸਿਮਰਨ ਬੰਦ ਹੋ ਗਿਆ ਮੁੱਖ ਦੁਆਰਾ, ਫਿਰ ਕੀ ਆ ਕਿ ਇਕੱਲਾ ਹਨੇਰਾ ਦੇਖੀ ਜਾਣਾ। ਦੈਟਸ ਇਟ, ਇਕੱਲਾ ਹਨੇਰਾ ਦੇਖੀ ਜਾਣਾ। ਫਿਰ ਜਿਹੜਾ ਵਾਲੀ ਪ੍ਰਕਿਰਿਆ ਫਿਰ ਨਹੀਂ ਕਰਨੀ, ਫਿਰ ਇਕੱਲਾ ਉਹਨੂੰ ਦੇਖੀ ਜਾਣਾ। ਇਹ ਅਲੱਗ-ਅਲੱਗ ਪੁਆਇੰਟ ਆ ਜਿਹੜੇ ਕਿ ਜਿੰਨੇ ਵੀ ਸਾਨੂੰ ਪਤਾ ਅਸੀਂ ਸਾਰੇ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਕੁਛ ਵੀ ਲੁਕਾਉਣਾ ਨਹੀਂ, ਜਿੰਨਾ ਵੀ ਸਾਨੂੰ ਪਤਾ ਹੈ ਸਾਰਾ ਕੁਝ ਦੱਸਣਾ। ਪਰ ਕਈ ਜਿਹੜੇ ਅਗਲੇ ਪੁਆਇੰਟ ਆ ਧਿਆਨ ਦੇ ਆ, ਉਹ ਜੇ ਅਸੀਂ ਹੁਣੇ ਨਹੀਂ ਦੱਸ ਸਕਦੇ, ਕਿਉਂਕਿ ਇਹਦੇ ਨਾਲ ਅਸੀਂ ਕਥਾ ਸ਼ੁਰੂ ਕੀਤੀ ਆ। ਜੇ ਸ਼ੁਰੂਆਤ ਦੇ ਵਿੱਚ ਹੀ ਅਸੀਂ ਉਹ ਪੁਆਇੰਟ, ਜਿਵੇਂ ਕਈ ਨਵੇਂ ਗੁਰਮੁਖ ਹੁੰਦੇ ਆ, ਫਿਰ ਉਹ ਜਦੋਂ ਉਸ ਪੁਆਇੰਟ 'ਤੇ ਕੋਸ਼ਿਸ਼ ਕਰਦੇ, ਉਹ ਕਹਿੰਦੇ ਇੱਦਾਂ ਤਾਂ ਸਾਡੇ ਕੋਲ ਹੁੰਦਾ ਨਹੀਂ, ਕਿਉਂਕਿ ਪਹਿਲੇ ਪੁਆਇੰਟ ਪਰਪੱਕ ਨਹੀਂ ਕੀਤੇ, ਅਗਲਾ ਜਿਹੜਾ ਧਿਆਨ ਦੇ ਉਹ ਲੱਗਣੀ ਨਹੀਂ ਵਿਧੀ। ਇਸ ਲਈ ਆਪਾਂ ਨੂੰ ਸਟੈਪ ਬਾਏ ਸਟੈਪ ਚੱਲਣਾ ਚਾਹੀਦਾ ਆ। ਅਤੇ ਆਓ ਇੱਕ ਵਾਰੀ ਦੁਬਾਰਾ ਫਿਰ, ਤਾਂ ਕਿ ਆਪਣੇ ਜਿਹੜੇ ਵਿਚਾਰ ਘਟਣ। ਮੇਨ ਤਾਂ ਸਭ ਤੋਂ ਚੀਜ਼ ਪਹਿਲੇ ਫੋਕਸ ਜਿਹੜਾ 5 ਜਾਣੇ ਸਾਨੂੰ ਕਿੱਥੋਂ ਸਾਨੂੰ ਪਕੜਦੇ ਆ ਇਹ ਵਿਚਾਰਾਂ ਤੋਂ। ਸਾਨੂੰ ਇਹ ਵਿਚਾਰਾਂ ਦੁਆਰਾ ਸਾਡੇ 'ਤੇ ਮਾਰ ਕਰਦੇ ਆ। ਸਾਡੇ ਸੁੱਤਿਆਂ ਪਏ ਵੀ ਸਾਨੂੰ ਜਿਹੜੇ ਸੁਪਨੇ ਦਿਖਾਉਂਦੇ ਉਹੀ ਦਿਖਾਉਂਦੇ ਆ। ਇਹ ਸਾਨੂੰ ਹਰ ਟਾਈਮ ਆਪਣੇ ਆਪ ਦੇ ਵਿੱਚ ਹੀ ਗਲਤਾਨ ਰੱਖਣਾ ਚਾਹੁੰਦੇ ਆ ਕਿ ਸਾਡੇ 'ਤੇ ਵਿਚਾਰ ਲਈ ਜਾਵੇ ਅਤੇ ਗਲਤਾਨ ਨਹੀਂ ਰਵੇ, ਬਸ ਇਹੀ ਚਾਹੁੰਦੇ ਆ। ਸੋ ਆਓ ਇੱਕ ਵਾਰ ਦੁਬਾਰਾ ਫਿਰ ਸਿਮਰਨ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
गुरु वाहगुरु 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 वाहगुरु
ਵਾਹਿਗੁਰੂ 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 ਸੋ ਗੁਰਮੁਖ ਪਿਆਰੇ, ਇਤਨੇ ਕੁ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ। ਸਿਮਰਨ ਕਰਦਿਆਂ, ਗੁਰਬਾਣੀ ਗੁਰੂ ਦੇ ਵਿਚਾਰ ਕਰਦਿਆਂ ਕਈ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਅਣਜਾਣ ਬੱਚੇ ਸਮਝ ਕੇ ਮਾफ़ ਕਰਨਾ ਜੀ। ਮਿੱਠੀ ਪਿਆਰੀ ਬਖਸ਼ੋ ਸੀਸ, ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।